ਬਣ ਸਿਆਣਾ ਸਿਆਣਪ ਸਿਆਣ ਲੈ, ਤਾਕੇ ਆਪਣੇ ਕੰਨੀ ਭਲਿਆ ਪੀਤਰ ਨੂੰ ਜਾਣ ਲੈ। ਨੁਕਸ ਹੋਰਾਂ ਦੇ ਕੱਢਣੇ ਛੱਡ ਕੇ ਕੱਢੇ ਆਪਣੇ ਅੰਦਰ ਦੀ ਕਾਣ ਲੈ। ਵਿੱਚ ਕਾਇਆ ਘਰ ਹੈ ਵਾਸ ਖੁਦਾ ਦਾ, ਅਮਨ ਕਰ ਬੈਠ ਖੁਦਾਈ ਮਾਣ ਲੈ, ਰੰਗ ਅਸਲ ਖੁਦਾਈ ਮਾਣ ਲੈ। ਚੈਨਲ ਤੂੰ ਸੱਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਜੋ ਬੋਲਣ ਦਾ ਪਹਿਲੂ ਹੈ ਉਹ ਹੈ ਬੰਦੇ ਦੀ ਸਿਆਣਪ। ਅਕਲ, ਬੁੱਧ, ਸੂਝ, ਸਿਆਣਪ ਉਹ ਸ਼ਬਦ, ਉਹ ਅਲਫਾਜ਼ ਜਿਨ੍ਹਾਂ ਦਾ ਸਬੰਧ ਸਾਡੀ ਮਾਨਸਿਕਤਾ ਨਾਲ ਹੈ, ਸਾਡੇ ਇਨਸਾਨਾਂ ਨਾਲ ਹੈ, ਕਿਉਂਕਿ ਇਹ ਸ਼ਬਦ ਆਪਣੀ ਗੁਣ ਰੂਪ ਤਸੀਰ ਨੂੰ ਇਨਸਾਨੀ ਕਾਇਆ ਰੂਪ ਸੀਰ 'ਚ ਆ ਕੇ ਸਿੱਧ ਕਰਦੇ ਹਨ। ਇਸ ਲਈ ਹਰ ਇੱਕ ਇਨਸਾਨ ਆਪਣੇ ਆਪ ਨੂੰ ਸੂਝਵਾਨ, ਸਮਝਦਾਰ ਤੇ ਸਿਆਣਾ ਸਮਝਦਾ ਹੈ ਤੇ ਕਿਸੇ ਨਾ ਕਿਸੇ ਹੱਦ ਤੱਕ ਬੇਸ਼ਕੀਮਤੀ ਨਿਆਮਤਾਂ ਨਾਲ ਨਿਵਾਜੀ ਇਨਸਾਨ ਪ੍ਰਜਾਤੀ ਸਿਆਣੀ ਵੀ ਹੈ। ਦੁਨਿਆਵੀ ਪੱਖ ਤੇ ਹਰ ਖੇਤਰ ਵਿੱਚ ਮਾਰੀਆਂ ਇਨਸਾਨ ਦੀਆਂ ਮੱਲਾਂ ਵੱਲ ਜੇ ਝਾਤੀ ਮਾਰ ਕੇ ਵੇਖੀਏ ਤਾਂ ਇਸ ਦੀ ਸਿਆਣਪ ਅਸਮਾਨ ਨੂੰ ਛੂੰਹਦੀ ਨਜ਼ਰੀ ਪੈਂਦੀ ਹੈ। ਸਿਆਣਪ ਦੀ ਨਿਸ਼ਾਨੀ ਏ ਜੰਗਲਾਂ ਤੋਂ ਨਿਕਲ ਮੈਟਰੋ ਸਿਟੀਜ਼ ਤੱਕ ਦਾ ਸਫ਼ਰ ਤੈਅ ਕਰਨਾ। ਸਿਆਣਪ ਦੀ ਨਿਸ਼ਾਨੀ ਏ ਲੱਖਾਂ ਕੋਹਾਂ ਦੂਰ ਬੈਠਿਆਂ ਨਾਲ ਪਲ ਭਰ 'ਚ ਰਾਬਤਾ ਹੋ ਜਾਣਾ, ਸੁੱਖ ਸਾਂਦ ਦੇ ਸੁਨੇਹੇ ਮਿਲ ਜਾਣੇ। ਅਜਿਹੀਆਂ ਅਣਗਿਣਤ ਤਰੱਕੀਆਂ ਨੇ ਜਿਹੜੀਆਂ ਇਨਸਾਨ ਨੇ ਆਪਣੀ ਸਿਆਣਪ ਦੇ ਬਲਬੂਤੇ ਤੇ ਕੀਤੀਆਂ ਨੇ। ਜੇ ਕਦੀ ਬਰੀਕੀ ਨਾਲ ਘੋਖ ਕੇ ਵੇਖਿਆ ਜਾਵੇ ਤਾਂ ਇੱਕ ਸਮਝ, ਇੱਕ ਸਿਆਣਪ ਹੀ ਹੈ ਜੋ ਮੂਲ ਰੂਪ ਵਿੱਚ ਹਰ ਕਰਮ ਪਿੱਛੇ ਇਨਸਾਨ ਦੀ ਡੰਗੋਰੀ ਬਣ ਖੜੀ ਹੋ ਇਨਸਾਨ ਨੂੰ ਕਰਮ ਗਤੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਇਨਸਾਨ ਦਾ ਹਰ ਕਰਮ, ਹਰ ਕੰਮ ਭੀਤਰ ਪਈ ਸਮਝ ਦਾ ਬਾਹਰੀ ਰੂਪ ਜਾਂ ਕਹਿ ਲਵੋ ਕਿ ਜ਼ਾਹਰ ਰੂਪ ਨਮੂਨਾ ਹੁੰਦਾ ਹੈ। ਆਪਣੀ ਸਮਝ ਸੂਝ ਨਾਲ, ਆਪਣੀ ਸਿਆਣਪ ਨਾਲ ਜਿੱਥੇ ਇਨਸਾਨ ਆਪਣੇ ਜਿਸਮਾਨੀ ਜੀਵਨ ਦੇ ਕਾਰ ਵਿਹਾਰਾਂ ਵਿੱਚ ਗੁਪਤ ਰੂਪ ਵਿਚਰਦਾ ਹੈ, ਉੱਥੇ ਹੀ ਸੂਝ ਸਮਝ ਵਾਲੀ ਸਪੈਸ਼ਲ ਪਾਵਰ ਮਾਣ ਰਿਹਾ ਇਹ ਇਨਸਾਨ ਆਪਣੀ ਸੂਝ ਸਮਝ ਦਾ, ਆਪਣੀ ਸਿਆਣਪ ਦਾ ਮੁਜ਼ਾਹਰਾ ਮੂੰਹੋਂ ਬੋਲ ਕੇ, ਹੋਰਾਂ ਨੂੰ ਦਿਖਾ ਕੇ ਹੋਰਾਂ ਅੱਗੇ ਵੀ ਕਰਦਾ ਹੈ। ਤੇ ਜਦ ਇਸ ਪ੍ਰਕਾਰ ਇਹ ਹੋਰਾਂ ਅੱਗੇ ਲਫ਼ਜ਼ੀ ਰੂਪ ਨਾਲ ਆਪਣੀ ਸਮਝਦਾਰੀ ਦਾ, ਆਪਣੀ ਸਿਆਣਪ ਦਾ ਰੌਲਾ ਪਾਉਂਦਾ ਹੈ ਤਾਂ ਫਿਰ ਲਫ਼ਜ਼ੀ ਰੂਪ ਵਿੱਚ ਬਿਆਨੀ ਆਪਣੀ ਸਮਝਦਾਰੀ ਨੂੰ ਹੋਰਾਂ ਕੋਲੋਂ ਪ੍ਰਮਾਣਿਤ ਕਰਵਾਉਣ ਲਈ ਇਹ ਸ਼ੁਰੂ ਕਰਦਾ ਹੈ ਹੋਰਾਂ ਨੂੰ ਵਾਚਣਾ, ਹੋਰਾਂ ਬਾਬਤ ਬੋਲਣਾ ਤੇ ਹੋਰਾਂ ਤੇ ਟੀਕਾ ਟਿੱਪਣੀ ਕਰਨਾ। ਕਿਉਂਕਿ ਇਨਸਾਨੀ ਸੁਭਾਅ ਦੀ ਇਹ ਬੜੀ ਹੀ ਸੁਭਾਵਕ ਫਿਤਰਤ ਹੈ ਕਿ ਇਹ ਹਮੇਸ਼ਾ ਦੂਸਰਿਆਂ ਨੂੰ ਵੇਖਦਾ ਹੈ। ਇਸ ਦਾ ਜੀਵਨ ਹਮੇਸ਼ਾ ਦੂਸਰਿਆਂ ਦੁਆਲੇ ਘੁੰਮਦਾ ਹੈ ਤੇ ਫਿਰ ਇਸ ਸੁਭਾਵਕ ਪ੍ਰਵਿਰਤੀ ਦੇ ਚੱਲਦਿਆਂ ਇਹ ਸੋਚਦਾ ਵੀ ਦੂਸਰਿਆਂ ਪ੍ਰਤੀ ਹੈ ਤੇ ਜਦ ਇਸ ਦੀ ਸੋਚਣੀ ਦੂਸਰਿਆਂ ਪ੍ਰਤੀ ਹੋ ਜਾਂਦੀ ਹੈ ਤਾਂ ਇਹ ਆਪਣੀ ਸਿਆਣਪ ਨੂੰ ਸਿੱਧ ਕਰਨ ਲਈ ਜੱਜਮੈਂਟਲ ਵੀ ਹੋਰਾਂ ਪ੍ਰਤੀ ਹੀ ਹੁੰਦਾ ਹੈ। ਹੋਰਾਂ ਦੇ ਰਹਿਣ ਸਹਿਣ ਤੇ, ਹੋਰਾਂ ਦੀਆਂ ਖੂਬੀਆਂ ਖਾਮੀਆਂ ਤੇ, ਹੋਰਾਂ ਦੇ ਸਟੇਟਸ ਤੇ, ਹੋਰਾਂ ਦੇ ਘਰ ਪਰਿਵਾਰ ਤੇ ਗੱਲਾਂ ਕਰਨ ਨੂੰ, ਕਿਸੇ ਤੋਂ ਸੁਭਾਵਕ ਰੂਪ ਹੋਈਆਂ ਗਲਤੀਆਂ ਜੱਗ ਜ਼ਾਹਰ ਕਰ ਉਹਨਾਂ ਤੇ ਆਪਣੀ ਅਖੌਤੀ ਸਿਆਣਪ ਦੀ ਟੀਕਾ ਟਿੱਪਣੀ ਕਰਨ ਨੂੰ ਅੱਜ ਦਾ ਇਨਸਾਨ ਆਪਣੀ ਸਿਆਣਪ ਸਮਝ ਬਹਿ ਗਿਆ ਹੈ। ਅੱਜ ਪਿੰਡ ਥਾਵਾਂ ਤੇ ਸ਼ਹਿਰਾਂ 'ਚ YouTube, ਸੋਸ਼ਲ ਮੀਡੀਆ ਤੇ ਆਏ ਦਿਨ ਉੱਠਦੇ ਫਸਾਦ ਸ਼ਾਇਦ ਇਨਸਾਨ ਦੀ ਇਸੇ ਸਿਆਣਪ ਦੀ ਨਿਸ਼ਾਨੀ ਹੈ ਕਿ ਇਨਸਾਨ ਨੇ ਆਪਣੇ ਆਪ ਨੂੰ ਸਿਆਣਾ ਸਾਬਤ ਕਰਨ ਲਈ ਹੋਰਾਂ ਨੂੰ ਬੇਸਮਝ ਸਾਬਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦ ਕਿ ਸਿਆਣਪ ਇਹ ਨਹੀਂ ਹੈ। ਸਿਆਣਪ ਤਾਂ ਉਹ ਸੀ ਜਿਹੜੀ ਗੁਰੂ ਗੁਰਬਾਣੀ ਨੇ ਦੱਸੀ ਸੀ ਤੇ ਕਿਹਾ ਸੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਸਿਆਣਪ ਤਾਂ ਉਹ ਸੀ ਜਿਹੜੀ ਭਗਤ ਫਰੀਦ ਜੀ ਨੇ ਵਾਕੀ ਸੀ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਵੇਖ। ਗੁਰੂ ਗੁਰਬਾਣੀ ਨੇ, ਰੂਹਾਨੀਅਤ ਨੇ, ਰੂਹਾਨੀ ਰਹਿਬਰਾਂ ਨੇ, ਸਾਹਿਬ ਪਿਆਰਿਆਂ ਨੇ ਸਾਨੂੰ ਸਿਆਣਪ ਨੂੰ, ਸਮਝ ਨੂੰ, ਸੋਚ ਨੂੰ ਖੁਦ ਨਾਲ ਜੋੜ ਕੇ ਖੁਦ ਨੂੰ ਵਾਚਣ ਲਈ ਕਿਹਾ ਸੀ, ਖੁਦ ਦੇ ਕਰਮ ਨੂੰ, ਖੁਦ ਦੀ ਕਰਮ ਗਤੀ ਨੂੰ ਵਾਚਣ ਲਈ ਕਿਹਾ ਸੀ। ਕਿਉਂਕਿ ਇਸ ਮਿਰਤ ਮੰਡਲ ਨੂੰ ਛੱਡ ਜਦੋਂ ਅਸੀਂ ਅਗਲੇ ਸਫ਼ਰ ਤੇ ਨਿਕਲਣਾ ਹੈ ਤਾਂ ਜਵਾਬਦੇਹੀ ਸਾਡੀ ਖੁਦ ਦੀ ਹੈ, ਖੁਦ ਦੇ ਕਰਮ ਦੀ, ਖੁਦ ਦੀ ਸੋਚ ਦੀ ਕਿ ਅਸੀਂ ਖੁਦ ਕੀ ਕੀਤਾ ਹੈ। ਤੇ ਫਿਰ ਸਿਰ ਉੱਚਾ ਚੁੱਕ ਕੇ ਸਿਆਣੇ ਬਣ ਕੇ ਹੋਰਾਂ ਵੱਲ ਝਾਤੀ ਮਾਰਨ ਨਾਲੋਂ ਚੰਗਾ ਨਹੀਂ ਹੈ ਅਸੀਂ ਸਿਰ ਨੀਵਾਂ ਕਰਕੇ ਆਪਣੇ ਵੱਲ ਝਾਤੀ ਮਾਰੀਏ, ਆਪਣੇ ਕਰਮ ਵੱਲ ਵੇਖੀਏ ਤੇ ਆਪਣੇ ਆਪ ਨੂੰ, ਆਪਣੇ ਅੰਦਰ ਨੂੰ ਇਹ ਸਵਾਲ ਕਰੀਏ ਕਿ ਜੋ ਅਸੀਂ ਕਰ ਰਹੇ ਹਾਂ ਕੀ ਇਹੀ ਸਿਆਣਪ ਹੈ? ਤਾਂ ਜ਼ਾਹਰ ਜਿਹੀ ਗੱਲ ਹੈ ਕਿ ਜਵਾਬ ਨਾ ਹੀ ਹੋਵੇਗਾ।
ਕਿਉਂਕਿ ਜਦੋਂ ਭੀਤਰ ਵਾਲੀ ਜ਼ਮੀਰ ਦੀ ਆਵਾਜ਼ ਉੱਠ ਸਾਨੂੰ ਇਹ ਸਵਾਲ ਪੁੱਛੇਗੀ ਤਾਂ ਅਖੌਤੀ ਸਿਆਣਪ ਦੇ ਲਿਬਾਸ 'ਚ ਆਪਾ ਲਪੇਟ ਅਸੀਂ ਖੁਦ ਨੂੰ ਸਿਆਣੇ ਨਹੀਂ ਕਹਿ ਪਾਵਾਂਗੇ। ਅਖੌਤੀ ਸਿਆਣਪ ਦਾ ਨਕਾਬ ਪਾ ਅਸੀਂ ਸਾਰੀ ਉਮਰ ਹੋਰਾਂ ਨੂੰ ਪਰਖਿਆ, ਹੋਰਾਂ ਨੂੰ ਵਾਚਿਆ, ਜਿਸ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ। ਕਿਉਂਕਿ ਹੋਰਾਂ ਅੱਗੇ ਸਿਆਣਪ ਦੇ ਮੁਜ਼ਾਰੇ ਲਾ ਕੇ ਹੋਰਾਂ ਤੇ ਆਪਣੀ ਸਿਆਣਪ ਅਜਮਾ ਕੇ ਥੋੜੀ ਜੀਵਨ ਮਸਲਾ ਹੱਲ ਹੋਣਾ ਹੈ। ਜੀਵਨ ਦਾ ਮਸਲਾ ਹੱਲ ਹੋਣਾ ਹੈ ਆਪਣੇ ਆਪ ਨੂੰ ਵਾਚਿਆਂ। ਕਿਉਂਕਿ ਖੁਦ ਨੂੰ ਵਾਚਾਂਗੇ, ਖੁਦ ਤੇ ਵਰਕ ਕਰਾਂਗੇ ਤਾਂ ਹੀ ਤਾਂ ਆਪਣੀਆਂ ਕਮੀਆਂ ਤੋਂ ਜਾਣੂ ਹੋਵਾਂਗੇ। ਤੇ ਜਦ ਆਪਣੀਆਂ ਕਮੀਆਂ ਤੋਂ ਜਾਣੂ ਹੋਵਾਂਗੇ ਫਿਰ ਹੀ ਆਪਣੀਆਂ ਕਮੀਆਂ ਦੂਰ ਕਰਨ ਲਈ ਕੋਈ ਹੀਲਾ ਵਸੀਲਾ ਕਰਾਂਗੇ। ਤੇ ਜਦ ਹੀਲਾ ਵਸੀਲਾ ਕਰ ਖੁਦ ਚੋਂ ਅਵਗੁਣਾ ਰੂਪ ਖੋਟ ਕੱਢ ਕੇ ਬਾਹਰ ਕਰਾਂਗੇ ਤਾਂ ਹੀ ਤਾਂ ਖਰੇ ਹੋਵਾਂਗੇ। ਤੇ ਜਦ ਖਰੇ ਹੋਵਾਂਗੇ ਤਦ ਹੀ ਖਰੇ ਸਰੂਪ ਵਾਲੇ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਨੂੰ ਭਾਵਾਂਗੇ। ਤੇ ਜਦ ਸਤ ਸਰੂਪ ਸਤਿਪੁਰਖ ਪਿਤਾ ਜੀ ਨੂੰ ਭਾਵਾਂਗੇ ਤਦ ਹੀ ਜੀਵਨ ਮੁਕੰਮਲ ਹੋਵੇਗਾ, ਜੀਵਨ ਦਾ ਮਕਸਦ ਪੂਰਾ ਹੋਵੇਗਾ ਤੇ ਅਸੀਂ ਸਹੀ ਵਿੱਚ ਸੁਗੜ ਸੁਜਾਨ ਬਣਾਂਗੇ। ਸੋ ਅਖੀਰ ਸਾਡੇ ਸਭ ਲਈ ਜ਼ਰੂਰੀ ਹੈ ਕਿ ਹੋਰਾਂ ਨੂੰ ਛੱਡ ਖੁਦ ਤੇ ਕੇਂਦਰਿਤ ਹੋਈਏ। ਹੋਰਾਂ ਕੰਨੀ ਆਪਣੀਆਂ ਤਾਣੀਆਂ ਨਜ਼ਰਾਂ ਨੂੰ ਹੋਰਾਂ ਤੋਂ ਹਟਾ ਆਪਣੇ ਵੱਲ ਕਰੀਏ। ਖੁਦ ਨੂੰ ਵੇਖੀਏ, ਖੁਦ ਨੂੰ ਵਾਚੀਏ, ਕਿਉਂਕਿ ਖੁਦਾ ਹਮੇਸ਼ਾ ਖੁਦ ਚੋਂ ਉੱਠਦਾ ਏ। ਤੇ ਫਿਰ ਨੇਮ ਪ੍ਰੇਮ ਜਰੀਏ ਜਿੰਨੇ ਵੀ ਇਸ ਕਾਇਆ ਘਰ ਚੋਂ ਖੁਦਾ ਉਠਾ ਲਿਆ, ਭਾਵ ਕਿ ਖੁਦਾ ਦਾ ਇਲਹਾਮ ਕਲਾਮ ਉਠਾ ਲਿਆ। ਅਸਲ ਸਿਆਣਾ ਉਹੀ ਹੈ ਤੇ ਉਹੀ ਅਸਲ ਸਿਆਣਪ ਨੂੰ ਸਿਆਣਦਾ ਹੈ। ਇਸ ਲਈ ਹੋਰਾਂ ਨੂੰ ਛੱਡ ਆਪਣੀ ਸਿਆਣਪ ਦੀ ਰਡਾਰ 'ਚ ਆਪਾ ਪਰਖੀਏ, ਕਿਉਂਕਿ ਹਸ਼ਰ ਦਿਹਾੜੇ ਸਾਰੀ ਗੱਲ ਆਪਣੇ ਤੇ ਆਪੇ ਤੇ ਆ ਕੇ ਮੁੱਕਣੀ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।